अस्सलाम वालेकुम बिस्मिल्लाहिर्रहमानिर्रहीम। लो जी, गल इस तरह है कि अज की जे 5 तरीक फरवरी दी ते दिन है जे हफ्ते का। तो मैं खबर सुन रहा सी, काफ़ी सारी खबर सुनिया। मैनू लगता है कि यूथियां दे भगवान की खोती बह गई जे, जनरलों की खोती बह गई जे। यह गया चाइना। चाइना के कुछ मैं खबर देख रहा सी। ਹੁਣ ਚਾਈਨਾ ਦੇ ਵਿੱਚ ਜਾ ਕੇ ਤੇ ਇਹਨੇ ਉਹ ਮਿੱਟੀ ਪਲੀਤ ਕਰਾਈ ਹੈ ਸਾਡੇ ਮੁਲਕ ਦੀ, ਉਹ ਮਿੱਟੀ ਪਲੀਤ ਕਰਾਈ ਹੈ। ਬਹੁਤ ਹੀ ਜ਼ਲੀਲ ਕਰਾਇਆ, ਇੰਤਹਾਈ ਜ਼ਲੀਲ ਕਰਾਇਆ। ਪਤਾ ਨਹੀਂ ਇਹਨੂੰ ਕਿਹਨੇ ਮਸ਼ਵਰਾ ਦਿੱਤਾ ਸੀ ਚਾਈਨਾ ਜਾਣ ਦਾ। ਜਦੋਂ ਇੱਕ ਕੰਪਨੀ ਜਾਂ ਬੰਦੇ ਜਿੱਥੇ ਤੂੰ ਜਾ ਰਹੇ ਹੈ, ਤੇਰੇ ਮੇਜ਼ਬਾਨ ਤੈਨੂੰ ਵੈਲਕਮ ਨਹੀਂ ਕਰ ਰਹੇ, ਤੈਨੂੰ ਕੀ ਜ਼ਰੂਰਤ ਉੱਥੇ ਜਾਣ ਦੀ। ਪਰ ਮੈਂ ਜਦੋਂ ਦੇਖਿਆ, ਮੈਨੂੰ ਇੱਕ ਗੱਲ 'ਤੇ ਗੌਰ ਕੀਤਾ ਮੈਂ। ਕੁਛ ਬੰਦੇ ਮਨਹੂਸ ਬੜੇ ਹੁੰਦੇ ਨੇ, ਮਨਹੂਸ, ਜਿਹਨੂੰ ਮਨਹੂਸ ਕਹਿੰਦੇ ਨੇ। ਇਹਦੀ ਮਨਹੂਸੀਅਤ ਦਾ ਅੰਦਾਜ਼ਾ ਕਰੋ ਤੁਸੀਂ ਕਿ ਤੁਸੀਂ ਜਿੰਨੇ ਬੰਦੇ ਦੇ ਸਿਰ 'ਤੇ ਪੈਰ ਰੱਖ ਕੇ ਉੱਤੇ ਚੜ੍ਹੇ ਆ ਨਾ, ਫੌਜ਼ੀਆ ਕਸੂਰੀ ਦੇਖ ਲਵੋ ਅਤੇ ਇਹਦੇ ਪਿਛਲੇ ਬੰਦੇ ਸਾਰੇ ਦੇਖ ਲਵੋ, ਜੰਗੀਰ ਤਰੀਨ ਦੇਖ ਲਵੋ, ਅਕਬਰ ਐਸ ਬਾਬਰ ਦੇਖ ਲਵੋ, ਜਿਹੜੇ ਇਹਦੇ ਨਾਲ ਲੱਗੇ ਨੇ, ਇਹਨੇ ਤਬਾਹੀ ਲਾਈ, ਉਹਨੂੰ ਚੁੱਕ ਕੇ ਪਰੇ ਮਾਰਿਆ। ਜਿਸ ਮੁਲਕ ਨੇ ਇਹਨੂੰ ਬੜੀ ਇੱਜ਼ਤ ਦਿੱਤੀ, ਉਸ ਮੁਲਕ ਦਾ ਦੇਖੋ ਇਹਨੇ ਕੀ ਅਸਰ ਕੀਤਾ। ਇਹ ਐਸੀ ਰੂਹ, ਇੱਕ ਮਤਲਬ ਕਿ ਬਦ ਅਖਲਾਕ ਅਤੇ ਬਦਤਮੀਜ਼ ਕਿਸਮ ਦੀ ਐਸੀ ਰੂਹ ਇੱਕ ਪੈਦਾ ਹੋਈ ਹੈ। ਮੈਨੂੰ ਨਹੀਂ ਸਮਝ ਲੱਗਦੀ ਕਿ ਬੰਦੇ ਕਹਿੰਦੇ ਨੇ ਅਸੀਂ ਪੜ੍ਹੇ ਲਿਖੇ ਹਾਂ, ਅਤੇ ਪੜ੍ਹੇ ਲਿਖੇ ਹੋਣ ਦਾ ਉਹ ਮਤਲਬ ਇਹ ਲੈਂਦੇ ਨੇ ਕਿ ਅਸੀਂ ਜੀ ਇਮਰਾਨ ਖਾਨ ਦੇ ਫਾਲੋਵਰ ਹੈਗੇ ਹਾਂ। ਹੁਣ ਇਮਰਾਨ ਖਾਨ ਨੂੰ ਫਾਲੋ ਕਰਨਾ ਕੋਈ ਅਕਲਮੰਦ ਬੰਦੇ ਦਾ ਮੇਰਾ ਖਿਆਲ ਕੋਈ ਕੰਮ ਨਹੀਂ ਹੈਗਾ। ਤੁਸੀਂ ਦੇਖੋ, ਜਿਸ ਮੁਲਕ ਨੇ ਇਹਨੂੰ ਇੱਜ਼ਤ ਦਿੱਤੀ, ਉਸ ਮੁਲਕ ਦਾ ਇਹਨੇ ਕੀ ਅਸਰ ਕੀਤਾ, ਉਹਦੀ ਕਿੰਨੀ ਬੇਇੱਜ਼ਤੀ ਕੀਤੀ ਇਹਨੇ, ਕਿੰਨੀ ਬੇਇੱਜ਼ਤੀ ਕਰ ਰਿਹਾ। ਹਰ ਫੈਸਲਾ ਜਦੋਂ ਕੋਈ ਗੱਲ ਆ ਕੇ ਮੂੰਹ 'ਚੋਂ ਕੱਢਦਾ ਨਾ, ਤੁਸੀਂ ਅੰਦਾਜ਼ਾ ਕਰੋ ਉਸ ਗੱਲ ਦੀ ਐਸੀ ਕੋਈ ਚਵਲ ਮਾਰਦਾ, ਐਸੀ ਕੋਈ ਚਵਲ ਮਾਰਦਾ ਕਿ ਮੁਲਕ ਦੀ ਬੇਇੱਜ਼ਤੀ ਹੁੰਦੀ ਹੈ। ਉੱਤੋਂ ਨਾਮ ਦੇ ਨਾਲ ਉਹ ਲਿਖਣ ਵਾਲਿਆਂ ਨੇ ਲਿਖਾਤਾ ਇਹਨੂੰ, ਉਹ ਫੜ ਕੇ ਪਿੱਛੋਂ ਉਹ ਵੀ ਕੋਈ ਦੁਸ਼ਮਣੀ ਕੀਤੀ ਉਹਨਾਂ ਨੇ ਮੁਲਕ ਨਾਲ, ਜਿਨ੍ਹਾਂ ਨੇ ਇਹਦੇ ਨਾਮ ਦੇ ਨਾਲ ਬਦੋ-ਬਦੀ ਲਿਖਤਾ ਹੈ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ। ਹੁਣ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਨਾਮ ਨਾਲ ਲਿਖਿਆ ਗਿਆ, ਬੇੜਾ ਗਰਕ ਤਾਂ ਸਾਡਾ ਹੋ ਗਿਆ। ਉਹਨਾਂ ਦਾ ਕੀ ਗਿਆ? ਉਹਨਾਂ ਦੀ ਤਨਖਾਹਾਂ ਚੱਲ ਰਹੀ, ਉਹਨਾਂ ਦਾ ਸਭ ਕੁਝ ਚੱਲ ਰਿਹਾ। ਮੈਂ ਕੱਲ੍ਹ ਪਰਸੋਂ ਪੜ੍ਹ ਰਿਹਾ ਸੀ ਕਿ GHQ ਨੇ ਕਿਹਾ ਜੀ ਸਾਨੂੰ 50% ਜਿਹੜਾ ਨਾ ਕੰਸੈਸ਼ਨ ਦਿਓ। ਕਿਉਂ ਜੀ? ਤੁਹਾਨੂੰ ਕਾਹਦੀ ਕੰਸੈਸ਼ਨ ਦਈਏ? ਤੁਸੀਂ ਤਾਂ ਬੜਾ ਗਰਕ ਕੀਤਾ, ਸਾਰੀ ਦੁਨੀਆ ਤਬਾਹੀ ਲਾਤੀ। ਹੁਣ ਤੁਹਾਨੂੰ 50% ਬਿਜਲੀ ਕੰਸੈਸ਼ਨ ਤੁਹਾਨੂੰ ਚਾਹੀਦੀ ਹੈ? ਨੋ ਵੇ। ਤੁਹਾਨੂੰ ਬਲਕਿ ਦੂਸਰੇ ਗਰੀਬਾਂ ਦਾ ਵੀ ਬਿੱਲ ਤੁਹਾਨੂੰ ਪੇ ਕਰਨਾ ਚਾਹੀਦਾ। ਯੂ ਹੈਵ ਟੂ ਪੇ ਦਾ ਪ੍ਰਾਈਸ ਐਨੀ ਵੇ। ਜਿਹੜਾ ਮਿੱਟੀ ਪਾਉਣ ਵਾਲਾ ਮਸਲਾ, ਉਹ ਹੁਣ ਮੁਲਕ 'ਚੋਂ ਖਤਮ ਹੋ ਜਾਣਾ ਚਾਹੀਦਾ। ਬਾਰ ਤਜਰਬੇ ਖਤਮ ਹੋ ਜਾਣੇ ਚਾਹੀਦੇ ਨੇ। ਮੈਂ ਇਹਦੇ ਬਾਰੇ ਸੋਚ ਰਿਹਾ ਸੀ ਕਿ ਇਹਦੀ ਮਨਹੂਸੀਅਤ ਦੇ ਉੱਤੇ ਸੋਚ ਰਿਹਾ ਸੀ। ਜਿਸ ਮਾਂ ਨੇ ਇਹਨੂੰ ਜਨਮ ਦਿੱਤਾ, ਜਿਸ ਘਰ ਦੇ ਹੀ ਪੈਦਾ ਹੋਇਆ, ਤੁਸੀਂ ਦੇਖੋ ਕਿ ਉਹ ਮਾਂ ਜਦੋਂ ਮਰੀ ਸੀ, ਇਹ ਕੌਂਟੀ ਖੇਡ ਰਿਹਾ ਸੀ ਇੱਥੇ। ਜਦੋਂ ਉਹ ਮਰ ਗਈ ਹੈ, ਜਾ ਕੇ ਉਹਦਾ ਨਾਮ ਵੇਚ ਕੇ ਅੱਜ ਤੱਕ ਕਰਪਸ਼ਨ ਦੇ ਨੇ ਅੰਬਵਾਰ ਲਾਤੇ ਨੇ। ਕਰਪਸ਼ਨ ਕਰਕੇ ਲੀਮਾ ਖਾਨ ਦੀਆਂ ਪ੍ਰਾਪਰਟੀਆਂ ਚੈੱਕ ਕਰ ਲਓ, ਸਾਰੀਆਂ ਭੈਣਾਂ ਦੀ ਪ੍ਰਾਪਰਟੀ ਚੈੱਕ ਕਰ ਲਓ, ਔਰ ਇਹਦੀ ਆਪਣੀ ਚੈੱਕ ਕਰ ਲਓ। ਇਹ ਕ੍ਰਿਕਟ ਦੇ ਪੈਸੇ ਨਾਲ ਆਇਆ ਸਾਰਾ ਕੁਛ। ਇਹ ਉਹ ਕਮੈਂਟਰੀ ਦੇ ਨਾਲ ਆਇਆ। ਅਗਰ ਕਮੈਂਟਰੀ ਨਾਲ ਆਇਆ ਹੋਵੇ, ਲੋਕ ਕਹਿੰਦੇ ਨੇ ਜੀ ਕਮੈਂਟਰੀ ਕਰਦਾ ਰਿਹਾ, ਅਤੇ ਫਿਰ ਇਹਦਾ ਮਤਲਬ ਰਮੀਜ਼ ਰਾਜੇ ਕੋਲ ਤਾਂ ਇਹਨਾਂ ਨੂੰ ਬਹੁਤੇ ਪੈਸੇ ਨਹੀਂ ਚਾਹੀਦੇ। ਰਮੀਜ਼ ਰਾਜਾ ਨੇ ਬਹੁਤ ਜ਼ਿਆਦਾ ਕਮੈਂਟਰੀਆਂ ਕੀਤੀਆਂ ਨੇ। ਉਹ ਥੈਲੀਆਂ ਦੇ ਅੱਗੇ ਇੰਜ ਖੜਾ ਹੁੰਦਾ। ਮੈਂ ਉਸ ਨੂੰ ਫੋਟੋ ਦੇਖੀ, ਇਸ ਤਰ੍ਹਾਂ ਕਰਕੇ ਖੜਾ ਸੀ ਇਮਰਾਨ ਖਾਨ ਦੇ ਅੱਗੇ। ਅੰਦਾਜ਼ਾ ਕਰੋ ਤੁਸੀਂ ਕਿ ਉਹ ਕਮੈਂਟਰੀ ਸਾਰੀ ਜ਼ਿੰਦਗੀ ਕਰਦਾ ਰਿਹਾ। ਉਹ ਇਸ ਤਰ੍ਹਾਂ ਖੜਾ ਸੀ, ਅਤੇ ਜਿੰਦੇ ਅੱਗੇ ਖੜਾ ਸੀ ਉਹਨੇ ਕਦੇ ਕੁਛ ਕੀਤਾ ਹੀ ਨਹੀਂ। ਜਿਹੜੇ ਪਾਸੇ ਚਲੇ ਜਾਓ ਪ੍ਰਾਪਰਟੀਆਂ, ਜਿਹੜੇ ਪਾਸੇ ਚਲੇ ਜਾਓ ਉਹਦੀਆਂ ਪ੍ਰਾਪਰਟੀਆਂ। ਉਹ ਘਰ ਰਹਿੰਦਾ ਹੈਗਾ ਜ਼ਮਾਨ ਪਾਰਕ ਵਾਲਾ, ਉਹ ਜਨਾਬ ਢਾਹ ਕੇ ਪੂਰਾ A to Z ਸਕ੍ਰੈਚ ਦੁਬਾਰਾ ਬਣਾਇਆ ਗਿਆ। ਪੈਸਾ ਕਿੱਥੋਂ ਆਇਆ ਕੋਈ ਪਤਾ ਨਹੀਂ। ਟੈਕਸ ਜਮ੍ਹਾਂ ਹੋ ਗਿਆ ਕਿ ਜੀ ਮੈਂ ਜੀ ਬਹੁਤ ਜ਼ਿਆਦਾ ਟੈਕਸ ਜਮ੍ਹਾਂ ਕਰਾਤਾ। ਉਹ ਐਸੇ ਉੱਲੂ ਦੇ ਕੰਨ ਨੇ ਉਹ ਜਿਹੜੇ ਬੰਦੇ ਇਹਨੂੰ ਮੰਨਣ ਵਾਲੇ ਨੇ, ਅਤੇ ਇਹਦੇ ਜਿਹੜੇ ਉਹ ਛੱਡੇ ਨੇ ਬੰਦੇ, ਜਿਹੜੇ ਇਹਦੇ ਜ਼ਿਆਦਾ ਭੌਂਕਦੇ ਨੇ। ਕੁਛ ਆਪ ਵੀ ਭੌਂਕਦਾ ਰਹਿੰਦਾ, ਕੁਛ ਬਾਕੀ ਉਹ ਭੌਂਕਦੇ ਨੇ ਅਤੇ ਅੱਗੇ ਆ ਕੇ। ਤੁਸੀਂ ਅੰਦਾਜ਼ਾ ਕਰੋ ਕਿ ਉਹ ਕਹਿੰਦੇ ਨੇ ਜੀ ਕਿ ਖਾਨ ਨੇ ਤਾਂ ਬਹੁਤ ਜ਼ਿਆਦਾ ਟੈਕਸ ਜਮ੍ਹਾਂ ਕਰਾਤਾ। ਖਾਨ ਨੇ ਟੈਕਸ ਜਮ੍ਹਾਂ ਕਰਾਤਾ ਤਾਂ ਕਾਰੋਬਾਰ ਕੀ ਕੀਤਾ ਖਾਨ ਨੇ? ਉਹ ਨਹੀਂ ਦੱਸਣਾ। ਸਾਦਕ ਅਮੀਨ ਨੂੰ ਕਿਹਨੇ ਕੀਤਾ? ਜਿਹੜਾ ਆਪ 2 ਨੰਬਰ, ਸਾਰੀ ਜ਼ਿੰਦਗੀ ਉਸ ਬੰਦੇ ਦੀ 2 ਨੰਬਰੀ ਗੁਜ਼ਰੀ ਹੈ। ਉਹਦਾ ਟਿੱਡਾ ਜਿਹਾ ਜਿਹੜਾ ਹੈਗਾ ਨਾ, ਉਹ ਸਾਕਬ ਨਸੂਰ ਜਿਹਨੂੰ ਕਹਿੰਦੇ ਨੇ, ਸਹੀ ਨਸੂਰ ਕਹਿੰਦੇ ਨੇ। ਉਹਦੀ ਉਹ ਆਈ ਸੀ ਵੀਡੀਓ, ਕਹਿੰਦੇ ਨੇ ਜੀ ਵੀਡੀਓ 2 ਨੰਬਰ ਹੈ। ਪੂਰਾ ਸੋਸ਼ਲ ਮੀਡੀਆ ਭਰਤਾ।
बड़े दिनों ਦੇ ਲੱਗੇ ਜੀ ਇਹ ਜੀ ਵੀਡੀਓ 2 ਨੰਬਰ ਹੈ ਜੀ, ਅਸੀਂ यूं ਕਰ ਦੇਂਗੇ, ਅਸੀਂ ਫਲਾਂ ਕਰ ਦੇਂਗੇ। ਉਹਨਾਂ ਕਿਹਾ ਜਾ ਕੇ ਕੇਸ ਕਰੋ। ਹੁਣ ਕੋਰਟ ਨੇ ਕਿਹਾ, ਕਹਿੰਦੇ ਨੇ ਜੀ ਇਹਦੀ ਤੁਹਾਡੇ ਤੇ ਸੁਣਨ ਦੀ ਇਹਦੀ ਔਕਾਤ ਹੀ ਨਹੀਂ ਹੈਗੀ, ਬਾਕੀ ਸਾਰਿਆਂ ਦੇ ਸੁਣਨ ਦੀ ਕੋਰਟ ਦੀ ਔਕਾਤ ਨਹੀਂ ਹੈਗੀ ਇਹਦਾ ਮਤਲਬ ਕਿ ਫੋਰੈਂਸਿਕ ਕਰਾਉਣ ਦੀ। ਅੰਦਾਜ਼ਾ ਕਰੋ ਤੁਸੀਂ, ਗੱਲਾਂ ਇਹਨਾਂ ਦੀ ਸੁਣ ਕੇ ਬੰਦਾ ਹੈਰਾਨ ਪਰੇਸ਼ਾਨ ਰਹਿੰਦਾ। ਇਹਨਾਂ ਦੀ ਜਿਹੜੀ ਲੌਜਿਕਸ ਨੇ ਉਹ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਂਦੇ ਲੌਜਿਕਸ। ਉਹ ਮੰਤਕ ਸਵੈਂ ਸਰਲਦੀ ਨਹੀਂ ਕਿਸੇ ਕਿਸਮ ਦੀ। ਜੇਕਰ ਇਹਨੂੰ ਕ੍ਰਿਕਟ ਨੇ ਇੱਜ਼ਤ ਦਿੱਤੀ, ਇਹਨੇ ਕ੍ਰਿਕਟ ਨੂੰ ਬਦਨਾਮ ਕਰਤਾ। ਉਹ ਐਜ਼ ਏ ਕ੍ਰਿਕਟਰ ਸੀ ਨਾ, ਸੀਤਾ ਵਾਈਟ ਤੇ ਸਾਰਾ ਕੁਝ ਐਜ਼ ਏ ਕ੍ਰਿਕਟਰ ਸੀ ਨਾ ਜੀ, ਇਹਨੇ ਕ੍ਰਿਕਟ ਨੂੰ ਬਦਨਾਮ ਕਰਤਾ। ਇਹਨੂੰ ਜਿਸ ਚੀਜ਼ ਨੇ, ਜਿਸ ਬੰਦੇ ਨੇ ਇੱਜ਼ਤ ਦਿੱਤੀ, ਇਹਨੇ ਉਹਨੂੰ ਡੰਗਿਆ। ਉਹ ਮਾਂ ਦੇ ਨਾਮ 'ਤੇ ਹਸਪਤਾਲ ਕੀ ਜੀ, ਫਲਾਣਾ ਜੀ, ਉਹ ਜੀ। ਹੁਣ ਫਾਰਮ ਫੰਡਿੰਗ ਕੇਸ ਕੀ ਹੈਗਾ? ਸਾਰੀ ਦੁਨੀਆ ਪੁੱਛਦੀ ਹੈ ਕਿ ਜੇ ਤੂੰ ਸੱਚਾ ਹੈ, ਤੈਨੂੰ ਜਿਹਦਾ ਓਪਨ ਟਰਾਇਲ ਕਰੇ, ਸਾਹਮਣੇ ਆ ਕੇ ਵੀ ਇਹ ਸਾਰਾ ਕੁਝ ਪਿਆ ਹੈ। ਤੂੰ ਉਹਨੂੰ ਕਦੀ ਕਹਿਣਾ ਤੁਸੀਂ ਸੁਣ ਨਹੀਂ ਸਕਦੇ, ਕਦੀ ਜੇ ਇਲੈਕਸ਼ਨ ਕਮਿਸ਼ਨ ਦੀ ਅਥਾਰਟੀ ਨਹੀਂ। ਅੱਛਾ, ਇਹ ਬੜੇ ਇੱਕ ਨਾਮ ਰੱਖੇ ਜੀ, ਤੁਹਾਡੀ ਅਥਾਰਟੀ ਨਹੀਂ ਕੀ ਸੁਣਨ ਦੀ। ਇਲੈਕਸ਼ਨ ਕਮਿਸ਼ਨ ਕਿਸ ਨੂੰ ਅਥਾਰਟੀ ਨਹੀਂ ਹੈ, ਇਸਲਾਮਾਬਾਦ ਹਾਈ ਕੋਰਟ ਸੁਣੇ ਅਥਾਰਟੀ ਨਹੀਂ ਹੈਗੀ, ਫਲਾਨਾ। ਉਹ ਸਾਰੀਆਂ ਅਥਾਰਟੀਆਂ ਦੂਸਰਿਆਂ ਵਾਸਤੇ ਨੇ, ਤੈਨੂੰ ਪੁੱਛਣ ਵਾਸਤੇ ਕੋਈ ਬੰਦਾ ਨਹੀਂ ਕਰ ਸਕਦਾ। ਹੁਣ ਮਸਲਾ ਹੈਗਾ ਕਿ ਮੈਂ ਕਾਫੀ ਸਾਰੀ ਖਬਰਾਂ ਸੁਣ ਰਿਹਾ ਸੀ ਪਾਕਿਸਤਾਨ ਦੀਆਂ, ਜਿਹੜੀ ਓਵਰਆਲ ਸਮਝ ਲੱਗਦੀ ਹੈ ਮੇਰੇ ਹਿਸਾਬ ਨਾਲ, ਮੈਨੂੰ ਲੱਗਦਾ ਹੈ ਕਿ ਇਹ ਖੋਤੀ ਪੈ ਗਈ, ਇਹ ਨਹੀਂ ਉੱਠਦੀ। ਇੱਕ ਬੜਾ ਪੁਰਾਣਾ ਵਾਕਿਆ ਸੁਣਿਆ, ਨਮਕ ਖੋਤੇ ਦੇ ਲੱਦਣ ਵਾਲਾ। ਇਹ ਉਹੋ ਜਿਹਾ ਹੀ ਕੰਮ ਮੈਨੂੰ ਲੱਗਦਾ ਜਲਦੀ ਹੋਣ ਵਾਲਾ ਹੈ। ਇਹਨੇ ਉਸੇ ਨਮਕ ਦੇ ਚੱਕਰ ਦੇ ਚੰਦੇ ਤੇ ਰੂਈ ਲਾਤੀ ਜਾਣੀ ਹੈ, ਇਹਨੇ ਬਹਿ ਜਾਣਾ, ਇਹਦੇ ਕੋਲ ਨਹੀਂ ਉੱਠਿਆ ਜਾਣਾ, ਖਤਮ। ਇਹ ਬੈਠਾ ਹੀ ਬੈਠਾ ਹੋਇਆ ਸੀ, ਕਦੀ ਖਲੋਤਾ ਹੀ ਨਹੀਂ ਸੀ। ਇਹ ਜਿਹੜੇ ਤੁਸੀਂ ਵੇਖਿਆ ਨਾ 4 ਦਿਨ ਧਮਕੀਆਂ ਲਾਈਆਂ ਨੇ, ਇਹਦੇ ਮੂੰਹ ਥੁੱਕਾਂ ਡਿੱਗਦੀਆਂ ਰਹੀਆਂ ਨੇ। ਜਦੋਂ ਬੋਲਦਾ ਸੀ ਇਹਦੇ ਮੂੰਹ ਥੁੱਕਾਂ ਡਿੱਗਦੀਆਂ ਸੀ। ਕਦੀ ਆ ਕੇ ਐਜ਼ ਏ ਪ੍ਰਾਈਮ ਮਿਨਿਸਟਰ ਖੜਾ ਹੋ ਕੇ ਇੰਜ ਕਰਦਾ ਸੀ। ਹੁਣ ਤੁਸੀਂ ਦੱਸੋ, ਇਹ ਪਾਕਿਸਤਾਨ ਦੀ ਬੇਇੱਜ਼ਤੀ ਹੈ ਸੀ ਕਿ ਨਹੀਂ? ਜਿਸ ਦਾ ਪ੍ਰਾਈਮ ਇਹਦੇ ਨਾਮ ਦੇ ਨਾਲ ਉਹਨਾਂ ਨੇ ਬਦਲ ਚੁੱਕੇ ਪ੍ਰਾਈਮ ਮਿਨਿਸਟਰ ਲਿਖਿਆ ਹੈ। ਤੁਸੀਂ ਅੰਦਾਜ਼ਾ ਕਰੋ ਕਿ ਜਿਹੜੀ ਗੱਲ ਵੀ ਇਹਨੇ ਮੂੰਹ 'ਚੋਂ ਕੱਢੀ ਹੈ, ਕਦੀ ਤੁਸੀਂ ਦੇਖਿਆ ਖੈਰ ਦੀ ਖਬਰ ਕੱਢੀ ਹੋਵੇ? ਕਦੀ ਬਾਹਰ ਦੇ ਮੁਲਕ ਜਾਂਦਾ ਹੈ, ਕਹਿੰਦੇ ਤਾਲਿਬਾਨ ਨੂੰ ਅਸੀਂ ਤਿਆਰ ਕੀਤਾ ਸੀ। ਮਤਲਬ ਕਿ ਮੈਂ ਕੋਈ ਝੂਠੀਆਂ ਗੱਲਾਂ ਤਾਂ ਨਹੀਂ ਕਰ ਰਿਹਾ, ਕੋਈ ਅਗਰ ਮੈਂ ਗਲਤ ਗੱਲ ਕਰਾਂ ਮੈਨੂੰ ਦੱਸੋ ਤੁਸੀਂ। ਕਦੀ ਕਹਿੰਦਾ ਜੀ ਫਲਾਣਾ ਜੀ, ਇਹਨੇ ਇਕਬਾਲੇ ਜੁਰਮ ਕੀਤੇ ਨੇ ਬੜੇ ਵੱਡੇ ਪਾਕਿਸਤਾਨ ਦੀ ਤਰਫੋਂ। ਇੱਕ ਐਸਾ ਮਹਿਕਮਾ ਹੈ ਪਾਕਿਸਤਾਨ ਦੇ ਵਿੱਚ, ਤਬਕਾ ਕਹਿ ਲਓ, ਮਹਿਕਮਾ ਕਹਿ ਲਓ, ਕੁਛ ਕਹਿ ਲਓ, ਉਹ ਆਇਨ ਨੂੰ ਮੰਨਦਾ ਅਤੇ ਆਇਨ ਪਾਕਿਸਤਾਨ ਉਹਨਾਂ ਨੂੰ ਨਹੀਂ ਮੰਨਦਾ। ਇਹ ਅਸਲ ਦੇ ਵਿੱਚ ਗੇਮ, ਜਿਹੜੀ ਅਸਲ ਗੇਮ ਹੈ ਉਹ ਹੈਗੀ ਹੈ। ਉਹ ਫੌਜੀਆਂ 'ਚ ਬਹੁਤ ਸਾਰੇ ਫੌਜੀ ਨੇ, ਆਮ ਬਿਊਰੋਕ੍ਰੇਸੀ 'ਚ ਨੇ। ਇਹਨਾਂ ਦਾ ਕੰਮ ਹੈਗਾ ਮੁਨਜ਼ਮ ਤਰੀਕੇ ਨਾਲ ਲੈਂਟਰ ਪਾਉਂਦੇ ਨੇ, ਉੱਤੇ ਬਿਲਡ ਕਰਦੇ ਨੇ ਸਾਰਾ ਕੁਛ। ਇਹ ਇੰਨਾ ਬਿਲਡ ਕਰ ਚੁੱਕੇ ਨੇ ਕਿ ਉਹ ਜਿਹੜੇ ਫੌਜੀ ਆਇਨ ਨੂੰ ਨਹੀਂ ਮੰਨਦੇ, ਉਹ ਐਸੇ ਗਰੁੱਪ ਦੇ ਹੁੰਦੇ ਨੇ। ਬੇਸ਼ੱਕ ਸ਼ਜਰੇ ਉਹਨਾਂ ਦੇ ਕੱਢ ਕੇ ਦੇਖ ਲਓ, ਚੈੱਕ ਕਰ ਲਓ, ਉਹ ਐਸੇ ਗਰੁੱਪ ਦੇ ਹੁੰਦੇ ਨੇ। ਇੱਕ ਤਾਂ ਮਿੱਟੀ ਪਾਣੀ ਛੱਡ ਦਿਓ ਪੁਰਾਣੀ ਗੱਲਾਂ 'ਤੇ, ਜਜ਼ਾ ਸਜ਼ਾ ਇਹਨਾਂ ਨੂੰ ਵੀ ਪਏ, ਦੂਸਰਿਆਂ ਨੂੰ ਤਾਂ ਨਾਮ ਨਿਆਦ ਕਰਦੇ ਨਾ, ਵੈਸੇ ਬੇਈਮਾਨੀ ਨਾਲ ਹੀ ਪਾ ਦਿੰਦੇ ਨੇ ਮੁੱਦੇ। ਸਹੀ ਜਜ਼ਾ ਸਜ਼ਾ ਹੋਵੇ। ਦੂਸਰੇ ਨੰਬਰ 'ਤੇ ਇਹ ਆਇਨ ਪਾਕਿਸਤਾਨ ਨਹੀਂ ਮੰਨਦੇ, ਪਾਕਿਸਤਾਨ ਦਾ ਆਇਨ ਇਹਨਾਂ ਨੂੰ ਮੰਨਦਾ, ਅਤੇ ਤੁਸੀਂ ਇਹਨਾਂ ਨੂੰ ਨਾ ਮੰਨੋ, ਕਿਉਂਕਿ ਅਸੀਂ ਆਪਣੇ ਆਇਨ ਦੇ ਨਾਲ ਚੱਲਣਾ। ਆਇਨ ਨੂੰ ਜਿਹੜਾ ਬੰਦਾ ਛੇੜੇ ਉਹਨੂੰ ਨਾ ਮੰਨੋ, ਕੋਈ ਬੰਦਾ ਨਾ ਮੰਨੇ। ਕਿਉਂ? ਜੋ ਤੱਕ ਆਇਨ ਦੇ ਨਾਲ ਨਹੀਂ ਟੁਰੋਗੇ, ਇਹ ਮੁਲਕ ਨਹੀਂ ਟੁਰ ਸਕਦਾ। 70 ਸਾਲ ਤਜਰਬਾ ਕਰ ਲਿਆ, 70 ਸਾਲ ਹੋਰ ਲੱਗੇ ਰਹੋ, ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਕਰੋ। ਲੇਕਿਨ ਜਦੋਂ ਤੱਕ ਇਸ ਮੁਲਕ ਨੇ ਮੈਨੂੰ ਆਇਨ 'ਤੇ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਇਸ ਮੁਲਕ ਨੇ ਨਹੀਂ ਚੱਲਣਾ। ਤੁਸੀਂ ਚਲਾ ਕੇ ਦੇਖ ਲਿਆ, ਹੋਰ ਤਜਰਬੇ ਕਰ ਲਓ। ਇਹ ਤਜਰਬਾ ਸੀ, ਇਹ ਇੱਕ ਮਾਰਸ਼ਲ ਆਰਟ ਸੀ ਜਿਹੜੀ ਲੱਗੀ ਸੀ, ਜਿਹੜੀ ਖਤਮ ਹੋਣ ਵਾਲੀ ਹੈ। ਪਰ ਮਾਰਸ਼ਲ ਆਰਟ ਇਹਨਾਂ ਨੇ ਬੜੇ ਤਜਰਬੇ ਕੀਤੇ ਨੇ। ਜਦੋਂ ਤਜਰਬਾ ਕਰਦੇ ਨੇ, ਉਹ ਨਾਕਾਮ ਹੁੰਦਾ ਹੈ, ਉਹਦੇ ਤੋਂ ਫਿਰ ਹੋਰ ਉਹਦਾ ਸਿਸਟਮ ਬਣਾ ਕੇ ਹੋਰ ਫਿਰ ਆ ਜਾਂਦੇ ਨੇ, ਫਿਰ ਨਾਕਾਮ ਹੁੰਦੇ ਨੇ, ਫਿਰ ਹੋਰ ਆ ਜਾਂਦੇ। ਲੇਕਿਨ ਉਹ ਜਿਹੜੇ ਨਾਕਾਮੀ ਹੁੰਦੀ ਉਹ 10 11 ਸਾਲ 12 ਸਾਲ ਲਾ ਦਿੰਦੇ ਨੇ। ਉਹਦੇ 10 12 ਸਾਲ ਲੱਗਦੇ ਨੇ, ਉਹਦੇ ਨਾਲ ਸਾਡੇ ਮੁਲਕ ਦਾ ਇੰਨਾ ਜ਼ਬਰਦਸਤ ਨੁਕਸਾਨ ਹੁੰਦਾ ਹੈ। ਗੱਲ ਕਿਤੇ ਦੀ ਕਿਤੇ ਚਲੀ ਜਾਂਦੀ ਹੈ, ਅਸੀਂ ਫਿਰ ਦੁਬਾਰਾ ਉਹਨੂੰ ਮਤਲਬ ਬਿਲਡ ਕਰਨਾ ਸ਼ੁਰੂ ਕਰਨਾ, ਉਹਨੂੰ ਰਿਪੇਅਰ ਕਰਨਾ ਸ਼ੁਰੂ ਕਰਨੇ ਆ। ਹਾਲੇ ਤੱਕ ਉਹ ਸਹੀ ਰਿਪੇਅਰ ਨਹੀਂ ਹੁੰਦਾ, ਉਹ ਪੂਰਾ ਰਿਪੇਅਰ ਨਹੀਂ ਹੁੰਦਾ, ਅਤੇ ਫਿਰ ਆ ਜਾਂਦੇ ਨੇ ਆ ਕੇ, ਫਿਰ ਉਸ ਮਤਲਬ ਕਿ ਸਮਝੋ ਕਿ ਦੁੱਧ ਕਾੜਦੇ ਰਹਿੰਦੇ, ਉੱਤੇ ਮਲਾਈ ਜਾਂਦੀ ਆ ਕੇ ਖਾ ਜਾਂਦੇ ਨੇ, ਖਾ ਕੇ ਫਿਰ ਛੱਡ ਦਿੰਦੇ ਨੇ, ਵਾਪਸ ਕਰ ਜਾਂਦੇ ਨੇ। ਇੱਕ ਸਿਲਸਿਲੇ ਨੂੰ ਖ਼ਤਮ ਹੋਣਾ ਚਾਹੀਦਾ ਬਿਲਕੁਲ। ਲੇਕਿਨ ਮੇਰਾ ਦਿਲ ਗਵਾਹੀ ਦਿੰਦਾ, ਮੈਂ ਤੁਹਾਨੂੰ ਸਹੀ ਖੁਸ਼ਖਬਰੀ ਦਿਆਂ ਕਿ ਇਹ ਵਾਕਈ ਖੋਤੀ ਪੈ ਗਈ ਜੇ, ਇਹ ਖ਼ਤਮ ਹੋ ਚੱਲਿਆ ਦਾ ਸਿਸਟਮ। ਬਹਰਹਾਲ ਦੇਖੋ, ਅੱਲਾ ਖੈਰ ਕਰੇ, ਜੋ ਵੀ ਹੋਵੇ ਸਾਡੇ ਵਾਸਤੇ ਬਿਹਤਰ ਹੋਵੇ। ਲੇਕਿਨ
ਐੜੇ ਫੈਜ਼ ਹਮੀਦ ਤੇ ਆਸਮ ਬਾਜਵਾ ਤੇ ਉਰੇ ਪਰੇ ਜਿਹੜੇ ਚੱਕਰ ਚੱਲਦੇ ਰਹਿਣ ਨਾ, ਇਹਨਾਂ ਚੱਕਰਾਂ ਦੇ ਫੈਸਲੇ ਹੋਣੇ ਚਾਹੀਦੇ ਨੇ। ਇਹ ਜਿਹੜੇ ਕੇਸ ਚੱਲੇ ਸੀ ਨਾ, ਸਾਰੇ ਸਾਰੇ ਬੰਦੇ ਚੁੱਕ ਕੇ ਅੰਦਰ ਕੀਤੇ ਸੀ, ਇਹ ਸਾਰੇ ਬੰਦੇ ਦੇ ਫੈਸਲੇ ਹੋਣ। ਉਹ ਅਗਰ ਗਿਲਟੀ ਨੇ ਉਹਨਾਂ ਨੂੰ ਅੰਦਰ ਕਰੋ, ਉਹਨਾਂ ਨੂੰ ਸਜ਼ਾਵਾਂ ਦਿਓ। ਅਗਰ ਉਹ ਗਿਲਟੀ ਨਹੀਂ ਸੀ, ਜਿਨ੍ਹਾਂ ਨੇ ਗਲਤ ਕੇਸ ਪਾਏ ਸੀ, ਉਹਨਾਂ ਨੂੰ ਸਜ਼ਾਵਾਂ ਦਿਓ। ਜਦੋਂ ਤੱਕ ਜਜ਼ਾ ਸਜ਼ਾ ਦਾ ਫੈਸਲਾ ਨਹੀਂ ਕਰੋਗੇ, ਪਾਕਿਸਤਾਨ ਨਹੀਂ ਚੱਲਣ ਲੱਗਾ। ਭੁੱਲ ਜਾਓਗੇ ਪਾਕਿਸਤਾਨ ਚੱਲੇ। ਕੋਈ ਨਵੇਂ ਤਜਰਬੇ ਕਰਨ ਨੇ ਕਰ ਲਵੋ। ਦੂਸਰੇ ਪਾਸੇ ਉਹ ਬਾਰਡਰ ਤੇ ਇੱਕ ਬੰਦੇ ਨੇ ਇੱਥੇ ਇਹ ਕਹਿ ਕੇ ਐਕਸਟੈਂਸ਼ਨ ਲਈ ਸੀ ਕਿ ਉਹਦੇ ਤੇ ਅਸੀਂ ਤਾਰ ਪਿਲਾਣੇ ਆ ਜੀ, ਉਹ ਵਾਇਰ ਲੱਗੇਗੀ ਤੇ ਮੈਨੂੰ ਤਾਂ ਐਕਸਟੈਂਸ਼ਨ ਚਾਹੀਦੀ ਹੈ। ਕਾਨੂੰਨ ਦੇ ਐਕਸਟੈਂਸ਼ਨ ਦੀ ਕੋਈ ਚੀਜ਼ ਨਹੀਂ ਸੀ, ਜਵਾਜ਼ ਹੀ ਨਹੀਂ ਸੀਗਾ। ਐਕਸਟੈਂਸ਼ਨ ਲੈ ਕੇ ਬਹਿ ਗਿਆ। ਇਸ ਜਿਹੜਾ ਤੁਸੀਂ ਸੁਣਦੇ ਹੋ, ਜਿਹੜਾ ਧਮਾਕੇ ਸਾਰਾ ਕੁਝ ਚੱਲ ਰਿਹਾ ਨਾ, ਜਿਹੜਾ ਸਾਨੂੰ ਕਹਿ ਰਹੇ ਨੇ ਐਵੇਂ ਛੋਟਾ ਮਸਲਾ ਹੈ, ਇਹ ਉਹੀ ਤਾਰਾਂ ਤੂਰਾਂ ਚੱਲ ਰਹੀਆਂ ਸਾਰੀਆਂ। ਤੇ ਹਾਲੀ ਅੱਗੇ ਵੇਖੋ ਕੀ ਬੰਦਾ, ਜਦੋਂ ਪਤਾ ਸੀ ਕਿ ਉਹਨਾਂ ਬੰਦਿਆਂ ਨੇ ਸਿੱਖਿਆ ਹੀ ਕੁਛ ਨਹੀਂ ਹੈਗਾ, ਉਹ ਮੂੰਹ ਦੇ ਨਸਵਾਰ ਪਾਉਂਦੇ ਨੇ ਕਿ ਟੁੱਟੀ ਭੱਜੀ ਬੰਦੂਕੜੀ ਚੁੱਕਦੇ ਨੇ, ਟੁਰ ਪੈਂਦੇ ਨੇ। ਟੁੱਟੀਆਂ ਜੁੱਤੀਆਂ ਉੱਤੇ ਪਰਨਾ ਜਿਹਾ ਪਾਇਆ ਹੁੰਦਾ, ਟੁਰ ਪੈਂਦੇ ਨੇ। ਉਹ ਜਦੋਂ ਪਤਾ ਸੀ ਅਮਰੀਕਾ ਜਾ ਰਿਹਾ ਹੈ, ਔਰ ਅਮਰੀਕਾ ਸਾਡਾ ਕੋਈ ਸੱਜਣ ਨਹੀਂ, ਕੋਈ ਆਸੇ ਪਾਸੇ ਸਾਡੇ ਦੋਸਤ ਨਹੀਂ ਗਏ, ਤੁਸੀਂ ਸਾਰੇ ਕੰਮ ਛੱਡ ਕੇ ਇਹ ਆਪਣੀ ਖੋਤੀ ਲੈ ਕੇ ਲੱਗੇ ਫਿਰਦੇ ਹੋ, ਜਿਹੜੀ ਹੁਣ ਚਾਈਨਾ ਬੈਠੀ ਹੈ ਇਸ ਟਾਈਮ। ਉਹ ਤੁਸੀਂ ਆਪਣੇ ਕੰਮਾਂ 'ਤੇ ਜਾਓ। ਤੁਸੀਂ ਆਪਣੇ ਕੰਮਾਂ 'ਤੇ ਕਿਉਂ ਨਹੀਂ ਜਾਂਦੇ ਹੋਏ? ਤੁਸੀਂ ਸਾਡੇ ਕਬਜ਼ੇ ਕਰਨੇ ਕਦੋਂ ਛੱਡਣੇ ਨੇ? ਕਦੋਂ ਤੁਸੀਂ ਬੰਦ ਕਰਨਾ? ਸਾਰਾ ਕੁਝ ਬੰਦ ਕਰ ਦਿਓ, ਸਾਰਾ ਕੁਝ ਖਤਮ ਕਰ ਦਿਓ। ਹੁਣ ਅਗਰ ਨਹੀਂ ਕਰੋਗੇ, ਹੁਣ ਕੰਮ ਵੱਧ ਜਾਏਗਾ ਜੇ। ਹੁਣ ਇਹ ਪਹਿਲਾਂ ਲੱਗਣਾ ਸਮਝਣਾ, ਇਨਸ਼ਾ ਅੱਲਾਹ ਤਾਲਾ ਕੰਮ ਵਧੇਗਾ ਹੁਣ, ਇਨਸ਼ਾ ਅੱਲਾਹ ਤਾਲਾ। ਦੋਸਤੋ, ਮੈਂ ਥੋੜਾ ਜਿਹਾ ਗਰਮ ਹੋ ਗਿਆ ਸੀ, ਥੋੜ੍ਹੀ ਜਜ਼ਬਾਤੀ ਹੋ ਗਿਆ ਸੀ। ਖੈਰ, ਲੈਟ ਮੀ ਕਮ ਡਾਊਨ। ਗੱਲ ਹੈਗੀ ਹੈ ਕਿ ਅਸੀਂ ਇਹ ਪਾਕਿਸਤਾਨ ਨੂੰ ਚਲਾਉਣਾ ਹੈ। ਅਸੀਂ ਪਾਕਿਸਤਾਨੀ ਹੈਗੇ ਹਾਂ, ਸਾਡੇ ਦਿਲ ਦੀ ਦਰਦ ਹੈਗਾ, ਇਹਨੂੰ ਪਾਕਿਸਤਾਨ ਨੂੰ ਚਲਾਈਏ। ਇਹ ਰੋਜ਼ ਦੇ ਤਜਰਬੇ ਬੰਦ ਕਰੀ। ਜਿਨ੍ਹਾਂ ਨੇ ਕਿਤੇ ਤਜਰਬੇ ਪਿਛਲੇ ਨਾਲ ਵੀ ਨਿਬੜਾਂਗੇ, ਜਿਹੜੇ ਹੁਣ ਰੀਸੈਂਟਲੀ ਹੈਗੇ ਨਾ, ਉਹਨਾਂ ਸਾਰਿਆਂ ਨੂੰ ਫੜੋ, ਇਹਨੂੰ ਫੜ ਕੇ ਸਾਰੇ ਸਿੱਧੇ ਪੱਧਰੇ ਕਰੋ। ਅਤੇ ਅੱਜ ਵਾਸਤੇ ਮੇਰੇ ਖਿਆਲ ਇੰਨਾ ਹੀ ਕਾਫੀ ਹੈ। ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਗੋਲੀ ਖਾਣੀ ਪੈ ਜਾਵੇ, ਛੱਡੋ ਪਰੇ, ਇਹਨੂੰ ਇੱਥੇ ਬੰਦ ਕਰੀਏ, ਖਤਮ। ਬਹਰਹਾਲ ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਅਤੇ ਆਪਣਾ ਖਿਆਲ ਰੱਖੋ, ਆਪਣੇ ਦੋਸਤਾਂ ਦਾ ਖਿਆਲ ਰੱਖੋ, ਅਤੇ ਮੈਂ ਆਪਣਾ ਖਿਆਲ ਰੱਖਾਂਗਾ ਇਨਸ਼ਾ ਅੱਲਾਹ ਤਾਲਾ। ਓਕੇ, ਅੱਲਾ ਹਾਫਿਜ਼।